आपको ऐतिहासिक रूप से पता है कि यहाँ पर दो बार 1965 और 1971 में लड़ाई हुई। ये एक इनक्लेव का इलाका है जो कि घिरा हुआ है। ਅੱਗੇ ਅੱਗੇ ਫੌਜੀ ਗੱਡੀਆਂ ਦਾ ਕਾਫਲਾ ਤੇ ਪਿੱਛੇ ਪਿੱਛੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਤੇ ਫਿਰ ਉਹਨਾਂ ਦੇ ਪਿੱਛੇ ਪਿੱਛੇ ਫੌਜੀ ਗੱਡੀਆਂ ਸਾਜੋ ਸਮਾਨ। ਮੌਕਾ ਸੀ ਸੰਸਦ ਮੈਂਬਰ ਸੰਨੀ ਦਿਓਲ ਹੁਣਾਂ ਦੇ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦਾ, ਜਿੱਥੇ ਕਾਸੋਵਾਲ ਬ੍ਰਿਜ ਦਾ ਉਦਘਾਟਨ ਵਰਚੁਅਲ ਮੀਟ ਦੇ ਦੌਰਾਨ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਹੁਣਾਂ ਨੇ ਕੀਤਾ, ਜਿੱਥੇ ਇਸ ਮੌਕੇ ਦੇ ਉੱਪਰ ਪੂਰੇ ਭਾਰਤ ਵਿੱਚ 44 ਪੁਲਾਂ ਨੂੰ ਇੱਕੋ ਸਮੇਂ ਉਹਨਾਂ ਦਾ ਉਦਘਾਟਨ ਕੀਤਾ ਗਿਆ। ਉੱਥੇ ਹੀ ਦੇਸ਼ ਦੇ ਸਭ ਤੋਂ ਲੰਬਾ ਪੁਲ ਜਿਹੜਾ ਕਿ ਡੇਰਾ ਬਾਬਾ ਨਾਨਕ ਦੇ ਕਾਸੋਵਾਲ ਏਰੀਆ ਦੇ ਵਿੱਚ ਇਹ ਬਣਿਆ, ਜਿਸ ਦੀ ਲੰਬਾਈ 484 ਮੀਟਰ ਤੇ ਜਿਹੜਾ ਕਿ 2485 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਇਆ। ਇਸ ਪੁਲ ਦੇ ਬਣਨ ਨਾਲ ਦੇਸ਼ ਦੇ ਕਿਸਾਨਾਂ ਨੂੰ, ਖਾਸ ਕਰਕੇ ਇਸ ਏਰੀਏ ਦੇ ਕਿਸਾਨਾਂ ਨੂੰ ਬਹੁਤ ਵੱਡਾ ਇਸ ਦਾ ਲਾਭ ਹੋਇਆ ਹੈ, ਜਿਸ ਦੇ ਨਾਲ ਹੁਣ ਕਿਸਾਨ ਲਗਭਗ 4000 ਤੋਂ ਵਧੇਰੇ ਏਕੜ ਦੇ ਰਕਬੇ ਦੀ ਆਪਣੀ ਖੇਤੀ ਨੂੰ ਬੜੇ ਆਰਾਮ ਨਾਲ ਕਰ ਸਕਣਗੇ। ਜ਼ਿਕਰਯੋਗ ਹੈ ਕਿ ਆਜ਼ਾਦੀ ਤੋਂ ਬਾਅਦ ਲੰਬਾ ਸਮਾਂ ਇਸ ਏਰੀਏ ਦੇ ਕਿਸਾਨਾਂ ਦੀਆਂ ਕਾਫੀ ਵੱਡੀਆਂ ਸਮੱਸਿਆ ਸਨ, ਜਿਨ੍ਹਾਂ ਦੇ ਵਿੱਚੋਂ ਇਸ ਨਦੀ ਨੂੰ, ਦਰਿਆ ਨੂੰ ਪਾਰ ਕਰਕੇ ਜਾਣਾ ਤੇ ਫਿਰ ਬਹੁਤ ਲੰਬਾ ਸਮਾਂ ਆਪਣੇ ਖੇਤਾਂ ਵੱਲ ਉੱਧਰ ਹੀ ਰਹਿ ਜਾਣਾ। ਜੇਕਰ ਉਹ ਮਸ਼ੀਨਰੀ ਲੈ ਕੇ ਜਾਂਦੇ ਸਨ ਤਾਂ ਬਹੁਤ ਲੰਬਾ ਸਮਾਂ ਉਹਨਾਂ ਨੂੰ ਮਸ਼ੀਨਰੀ ਉੱਧਰ ਰੱਖਣੀ ਪੈਂਦੀ ਸੀ ਤੇ ਖਾਸ ਕਰਕੇ ਜਿਹੜੇ ਮਜ਼ਦੂਰ ਭੈਣ ਭਰਾ ਸਨ ਉਹ ਇਸ ਤੋਂ ਵੀ ਕਿਤੇ ਜ਼ਿਆਦਾ ਪਰੇਸ਼ਾਨ ਹੁੰਦੇ ਸਨ। ਉਹਨਾਂ ਦੇ ਵਾਪਸ ਮੁੜਨ ਦੀ ਉਡੀਕ ਰਹਿੰਦੀ ਸੀ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ, ਪਰ ਕਈ ਵਾਰੀ ਗਾਹੇ ਬਗਾਹੇ ਪਾਣੀ ਵਧੇਰੇ ਹੋਣ ਕਾਰਨ ਉਹਨਾਂ ਨੂੰ ਦੂਜੇ ਪਾਸੇ ਗਿਆ ਨੂੰ ਹੀ ਕਈ ਦਿਨ ਠਹਿਰਨਾ ਪੈਂਦਾ ਸੀ, ਜਿਸ ਦੇ ਕਾਰਨ ਪਿੱਛੇ ਪਰਿਵਾਰ ਦੀਆਂ ਕਾਫੀ ਪਰੇਸ਼ਾਨੀਆਂ ਵੱਧ ਜਾਂਦੀਆਂ ਸਨ। ਪਰ ਹੁਣ ਇਹਨਾਂ ਸਾਰੀਆਂ ਪਰੇਸ਼ਾਨੀਆਂ ਤੋਂ ਨਿਜਾਤ ਮਿਲ ਚੁੱਕੀ ਹੈ। ਮੋਦੀ ਸਰਕਾਰ ਦੁਆਰਾ ਅੱਜ ਇਸ ਲੰਬੇ ਪੁਲ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਦੇ ਉੱਪਰ ਸੰਸਦ ਮੈਂਬਰ ਸੰਨੀ ਦਿਓਲ ਹੁਣਾਂ ਨੇ ਵੀ ਇਸ ਉਦਘਾਟਨ ਦੇ ਵਿੱਚ ਹਿੱਸਾ ਲਿਆ, ਜਿਹੜਾ ਕਿ ਇੱਕ ਵਰਚੁਅਲ ਪ੍ਰੋਗਰਾਮ ਦੇ ਦੌਰਾਨ ਇੰਟਰਨੈਟ ਜ਼ਰੀਏ ਇਸ ਦਾ ਉਦਘਾਟਨ ਕੀਤਾ ਗਿਆ। ਇਸ ਦੇ ਨਾਲ ਨਾਲ ਬਾਕੀ ਪੁਲਾਂ ਦਾ ਵੀ ਉਦਘਾਟਨ ਕੀਤਾ ਗਿਆ। ਤੇ ਵੇਖੋ ਤੁਸੀਂ ਪੂਰੀ ਰਿਪੋਰਟ ਜਿਹੜੀ ਕਿ ਰੋਹਿਤ ਗੁਪਤਾ ਗੁਰਦਾਸਪੁਰ ਵਾਲਿਆਂ ਨੇ ਭੇਜੀ ਹੈ। ਸਾਨੂੰ ਬਹੁਤ ਜ਼ਿਆਦਾ ਫਾਇਦਾ, ਪਹਿਲਾਂ ਹੀ ਸਿੱਧੇ ਲੰਘ ਜੇ ਪੁਲ, ਦੂਜੇ ਫੱਟਿਆਂ ਵਾਲੇ ਪੁਲ ਨੇ ਕਦੀ ਟੁੱਟ ਜਾਂਦਾ ਸੀ, ਕਦੀ ਜੋ ਬੜਾ ਨੁਕਸਾਨ ਹੁੰਦਾ ਸੀ ਸਾਡਾ, ਫਸਲ ਨਹੀਂ ਸਾਡੀ ਲੰਘਦੀ। ਹੁਣ ਹੈ ਵੀ ਜਦੋਂ ਮਰਜ਼ੀ ਆਈਏ ਜਾਈਏ, ਉੱਦਾਂ ਅਸੀਂ ਇੱਕ ਵਾਰੀ ਚੱਲ ਜਾਂਦੇ ਹਾਂ ਤੇ 15-15 20 ਦਿਨ ਉੱਧਰ ਹੀ ਰਹਿੰਦੇ ਹਾਂ, ਉੱਧਰ ਹੀ ਖਾਂਦੇ ਖੁੰਨੇ, ਉੱਧਰ ਰੋਟੀ ਪਾਣੀ ਪਕਾ ਕੇ। ਤੇ ਹੁਣ ਅਸੀਂ ਰੋਜ਼ ਆ ਜਾਂਦੇ, ਰੋਜ਼ ਚੱਲ ਜਾਂਦੇ ਹਾਂ। ਸਾਨੂੰ ਬਹੁਤ ਵਧੀਆ। ਦੇ ਵਿੱਚ ਜਦੋਂ ਪਾਣੀ ਭਰ ਜਾਂਦਾ ਸੀ ਉਦੋਂ ਕੀ ਮੁਸ਼ਕਲਾਂ ਆਉਂਦੀਆਂ, ਕਿਉਂਕਿ ਉਦੋਂ ਬੇੜੀ ਵੀ ਚੱਲਣੀ ਔਖੀ ਹੋ ਜਾਂਦੀ, ਪੁਲ ਵੀ ਚੱਕਿਆ ਜਾਂਦਾ ਸੀ, ਬਹੁਤ ਜ਼ਿਆਦਾ ਖਿਆਈ ਹੁੰਦੀ ਸੀ ਸਾਨੂੰ। ਅਸੀਂ ਉੱਧਰ ਵੀ ਰਹਿੰਦੇ ਨੇ ਬੜੇ ਦਿਨ, ਇੱਧਰ ਵੀ ਸਾਡੇ ਕੋਲ ਜਾਇਆ ਨਹੀਂ ਜਾਂਦਾ ਰਿਹਾ। ਹਾਂਜੀ, ਅਸੀਂ ਤਾਂ ਬਸ ਮਹੀਨਾ ਕਿਸੇ ਵੇਲੇ ਉੱਧਰ ਵੀ ਰਹਿੰਦੇ ਰਹੇ ਹਾਂ, ਕਦੇ ਇੱਧਰੋਂ ਵੀ ਨਹੀਂ ਜਾਇਆ ਜਾਣਾ। ਸਰ ਬੜੀ ਪਰੇਸ਼ਾਨੀਆਂ ਬਹੁਤ ਹੀ ਇਹਨਾਂ ਲੋਕਾਂ ਨੇ, ਬਹੁਤ ਪਰੇਸ਼ਾਨੀਆਂ ਸੀ। ਹਾਂਜੀ, ਤੇ ਸਰਕਾਰ ਨੇ ਚਲੋ ਅੱਗੇ ਵੀ ਸਰਕਾਰਾਂ ਵੈਸੇ ਕਹਿੰਦੀਆਂ ਰਹੀਆਂ, ਹੁਣ ਸਰਕਾਰਾਂ ਨੇ ਕਰਕੇ ਦਿਖਾਇਆ ਵਾ, ਬਹੁਤ ਵਧੀਆ ਉਪਰਾਲਾ ਕੀਤਾ ਜੀ। ਤੇ ਇਹ ਆ ਵੀ ਮਤਲਬ ਕਿਸਾਨਾਂ ਦੀ ਤੇ ਮਜ਼ਦੂਰਾਂ ਦੀ ਮਤਲਬ ਇਹ ਕਸ਼ਟ ਘਟਿਆ ਗਿਆ ਵਾ। ਹੁਣ ਕਿੰਨੀ ਕੁ ਜ਼ਮੀਨ ਪਾਰ ਪੈਂਦੀ ਹੋਏਗੀ ਅਨੁਮਾਨ ਲਗਾਇਆ? ਇਹ ਸਰ ਕੋਈ 4000 ਏਕੜ ਤੋਂ ਵੱਧ ਹੀ ਜ਼ਮੀਨ ਹੋਏਗੀ। ਸਰ ਮੰਗ ਤਾਂ ਬਹੁਤ ਸਮੇਂ ਦੀ ਪਹਿਲਾਂ ਦੀ ਤੇ ਬੜਾ ਵਧੀਆ ਦਾ ਕੰਮ, ਮੰਨ ਲਓ ਫਾਇਦਾ ਇਹਦਾ। ਉੱਦਾਂ ਮੰਨ ਲਓ ਕਿ ਆਪਾਂ ਢੋਲਾਂ ਨਾਲ ਪੁਲਿਸ ਲੰਘ ਜਾਂਦੇ ਸੀ ਤੇ ਕਮੈਨ ਲੰਘਾਉਣ ਲੱਗਾ ਬੜੀ ਮੁਸ਼ਕਲ ਆਉਂਦੀ, ਤੇ ਹੁਣ ਵਧੀਆ ਪੱਕਾ ਪੁਲ ਵੱਜ ਗਿਆ ਤੇ ਇਹਦੇ ਨਾਲ ਬਹੁਤ ਤਗੜਾ ਫਾਇਦਾ ਵਧੀਆ ਹੋਇਆ ਤੇ ਬੜਾ ਵਧੀਆ, ਮੰਨ ਲਓ ਵਧੀਆ ਚੀਜ਼ ਬਣੀ ਹੈ, ਬੜੇ ਚਿਰ ਦੀ ਮੰਗ ਸੀ। ਪੁਲ ਤੋਂ ਪਹਿਲਾਂ ਕੀ ਨੁਕਸਾਨ ਉਠਾਉਣੇ ਪੈਂਦੇ ਸੀ ਤੁਹਾਨੂੰ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਆਉਣ ਜਾਣ 'ਚ? ਹਾਂਜੀ, ਇਹ ਜਿਹੜੀ ਇੱਕ ਕਮੈਨ ਮੰਨ ਲਓ ਕਿ ਲੰਘ ਜਾਂਦੀ ਸੀ ਪਾਰ, ਉਹਨੂੰ ਮੰਨ ਲਓ ਉੱਧਰ ਹੀ ਸਾਰਾ ਸੀਜ਼ਨ ਮੰਨ ਲਓ ਉੱਧਰ ਰਹਿਣਾ ਪੈਂਦਾ। ਹੁਣ ਮੰਨ ਲਓ ਰੋਜ਼ ਆਈਦਾ ਕੋਈ ਬਹੁਤ ਵਧੀਆ ਫਾਇਦਾ ਪੁਲ ਦਾ। मतलब जहाँ तक इस ब्रिज का सवाल है, आपको ऐतिहासिक रूप से पता है कि यहाँ पर दो बार 1965 और 1971 में लड़ाई हुई। ये एक इनक्लेव का इलाका है जो कि घिरा हुआ है। इस इनक्लेव में संपर्क बहुत ही महत्वपूर्ण था और इसके लिए ऐतिहासिक रूप से अगर देखा जाए तो यहाँ पर एक पंटून ब्रिज बनता था जो कि बारिश में निकाल दिया जाता था, क्योंकि उसमें वज़न लेने की क्षमता कम थी। इसीलिए इस ब्रिज का निर्माण हुआ। जहाँ तक टेक्निकल स्पेसिफिकेशन में जाएं, आपका सवाल था, सबसे लंबा ब्रिज 484 मीटर, जो आज 44 ब्रिज समर्पित किए गए हैं, उनमें से हमारे किसानों के लिए, किसान भाइयों के लिए बहुत उपलब्धियां हैं इसमें।
कई हज़ार एकड़ की ज़मीन 35 स्क्वायर किलोमीटर के इनक्लेव में उस उपजाऊ ज़मीन का फ़ायदा नहीं उठा सकते थे, फ़ायदा उठाएंगे जैसे कमिश्नर साहब ने भी बताया। साथ साथ में हमारे सैनिकों के लिए, हमारी सेना के लिए, उनके लाइन ऑफ कम्युनिकेशन, उनकी साजो सामग्री, उनका सामान के लिए ये बहुत इम्पोर्टेंट है। जहाँ तक टाइम का सवाल आया, डीजी साहब ने बताया, आपने सुना कि इसमें बहुत सारी चुनौतियों का सामना करना पड़ा। ये दरिया अपना रुख बदलती थी, जिसकी वजह से हमारे को इस पे जो प्रोटेक्टिव वर्क्स थे उसके ऊपर निरंतर बनाने रहते थे, लेकिन उन चुनौतियों को हमने पूरा किया और कोविड महामारी के बावजूद हमारे कार्यकर्मी प्रोजेक्ट चेतक के अंतर्गत ये बनाया गया है, जो कि सीमा सड़क संगठन का एक प्रोजेक्ट 39 टास्क फोर्स ने बनाया है और 141 ट्रेन मेंटेनेंस कंपनी ने बनाया है। तो ये बड़े फ़ख्र की बात है कि कोविड की महामारी को भी नकारते हुए हमने इसे जुलाई में